ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਅੱਜ ਫੇਰ ਰੀਅਲ ਐਸਟੇਟ ਜਿਹੜੀ ਇੰਡਸਟਰੀ ਹੈਗੀ ਆ, ਚਾਹੇ ਅਲਬਰਟਾ ਦੀ ਗੱਲ ਕਰੀਏ ਤੇ ਕੈਨੇਡਾ ਦੀ ਗੱਲ ਕਰੀਏ, ਤੇ ਬਹੁਤ ਕੁਝ ਹੋ ਰਿਹਾ ਆ। ਅੱਜ ਫੇਰ ਸਾਡੇ ਨਾਲ ਸਾਡੇ ਐਕਸਪਰਟ ਜਤਿੰਦਰ ਚੀਮਾ ਜੀ ਸਾਡੇ ਕੋਲ ਸਟੂਡੀਓ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਚੀਮਾ ਸਾਹਿਬ, ਰੀਅਲ ਐਸਟੇਟ ਤਾਂ ਬਹੁਤ ਹੀ ਅੱਜ ਜਿੱਥੇ ਚਲੇ ਜਾਓ ਜੀ ਸਿਰਫ ਗੱਲ ਤੇ ਸਿਰਫ ਚਰਚਾ ਹੀ ਜਿਹੜੀ ਆ ਉਹ ਇਸ ਇੰਡਸਟਰੀ ਦੀ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ ਜੀ। ਇਹ ਕਿਹਾ ਜਾ ਰਿਹਾ ਕਿ ਜਿਹੜੀ ਕਨਵਰਸੇਸ਼ਨ ਚੱਲ ਰਹੀ ਹੈ ਇਸ ਵੇਲੇ, ਜਿਹੜੀ ਗੱਲਬਾਤ ਚੱਲ ਰਹੀ ਹੈ, ਇਟ ਇਜ਼ ਐਜ਼ ਹੌਟ ਐਜ਼ ਦਾ ਰੀਅਲ ਐਸਟੇਟ ਮਾਰਕੀਟ। ਸੋ ਕਿਸੇ ਵੀ ਮਹਿਫਿਲ 'ਚ ਚਲੇ ਜਾਓ, ਕਿਸੇ ਵੀ ਜਗ੍ਹਾ ਤੁਸੀਂ ਚਲੇ ਜਾਓ, ਹਰ ਜਗ੍ਹਾ ਤੇ ਜਿਹੜੀ ਅੱਜ ਕੈਨੇਡਾ ਦੀ, ਇਕੱਲੀ ਕੈਨੇਡਾ ਦੀ ਰੀਅਲ ਐਸਟੇਟ ਨਹੀਂ, ਇਹਦੀ ਕੈਨੇਡਾ ਦੀ ਰੀਅਲ ਐਸਟੇਟ ਦੀ ਵਰਲਡ ਦੇ ਵਿੱਚ ਵੀ ਗੱਲ ਚੱਲ ਰਹੀ, ਜਿਵੇਂ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਇਟ ਇਜ਼ ਆਲ ਓਵਰ। ਤੇ ਚੀਮਾ ਸਾਹਿਬ, ਆਪਾਂ ਮੇਨ ਤਾਂ ਜਿਹੜੀ ਗੱਲਾਂ ਬਾਤਾਂ ਨੇ, ਮੈਂ ਤੁਹਾਡੇ ਤੋਂ ਕੁਝ ਐਸੇ ਮੇਰੇ ਕੁਝ ਪਿਛਲੇ 2-3 ਦਿਨਾਂ ਦੇ ਵਿੱਚ ਕੁਝ ਇਸ਼ੂਜ਼, ਕੁਝ ਕੁਐਸਚਨਸ ਮੇਰੇ ਮਾਈਂਡ 'ਚ ਆਏ ਸੀਗੇ। ਠੀਕ ਹੈ। ਉਹਨਾਂ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਵੀ ਜਿਹੜੀ ਇਹ ਸਿਚੁਏਸ਼ਨ ਕ੍ਰੀਏਟ ਹੋਈ ਹੈ, ਚਾਹੇ ਆਪਾਂ ਐਲਬਰਟਾ ਸਪੈਸੀਫਿਕ ਗੱਲ ਕਰੀਏ ਜਾਂ ਪੈਨ ਕੈਨੇਡਾ ਗੱਲ ਕਰੀਏ, ਇਹ ਸੁਪਰਫਲੂਅਸ ਜ਼ਿਆਦਾ ਲੱਗ ਰਹੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਸਸਟੇਨ ਕਰ ਜਾਏਗਾ ਇਹ ਜਿਹੜੀ ਗਰੋਥ ਹੈ, ਜਾਂ ਜਿਹੜੀ ਇਹ ਪ੍ਰੋਜੈਕਸ਼ਨਸ ਜਿਹੜੀਆਂ ਨੇ ਚੱਲ ਰਹੀਆਂ ਨੇ ਕਿ ਮਾਰਕੀਟ ਵਿਲ ਰਿਮੇਨ ਹੌਟ ਐਂਡ ਆਲ ਦੈਟ? ਢਿੱਲੋਂ ਸਾਹਿਬ ਦੇਖੋ, ਜਿਹੜੇ ਐਕਸਪਰਟ ਨੇ ਜਾਂ ਐਨਾਲਿਸਟ ਨੇ ਰੀਅਲ ਐਸਟੇਟ ਮਾਰਕੀਟ ਦੇ, ਜਾਂ ਡਿਫਰੈਂਟ ਬੈਂਕਿੰਗਸ ਦੇ ਜਿਹੜੇ ਸੀਈਓਜ਼ ਨੇ, ਜੇ ਆਪਾਂ ਉਹਨਾਂ ਦੇ ਜੋ ਸਟੇਟਮੈਂਟਸ ਆ ਰਹੀਆਂ ਨੇ, ਉਹ ਇਹਨੂੰ ਇੱਕ ਸਟ੍ਰਿਕਟਲੀ ਸਪਲਾਈ ਡਿਮਾਂਡ ਇੰਬੈਲੈਂਸ ਕਹਿ ਰਹੇ ਨੇ। ਅੱਛਾ ਜੀ। ਕਿ ਮਾਰਕੀਟ ਦੇ ਵਿੱਚ ਜਿਹੜਾ ਇੰਬੈਲੈਂਸ ਚੱਲ ਰਿਹਾ ਸਪਲਾਈ ਐਂਡ ਡਿਮਾਂਡ ਦਾ, ਉਹਦੇ ਕਰਕੇ ਪ੍ਰਾਈਸ ਜਿਹੜੇ ਆ ਰੁਕਣ ਦਾ ਨਾਂ ਨਹੀਂ ਲੈ ਰਹੇ। ਸੋ ਜਿਹੜੇ ਸੌਖੇ ਸ਼ਬਦਾਂ 'ਚ ਆਪਾਂ ਕਹੀਏ ਵੀ ਸਪਲਾਈ ਘੱਟ ਹੈਗੀ ਆ। ਬਿਲਕੁਲ, ਸਪਲਾਈ ਘੱਟ ਹੋਣ ਦਾ ਰੀਜ਼ਨ ਇਹੀ ਹੈ ਕਿ ਜਦੋਂ ਪੈਂਡੈਮਿਕ ਆਇਆ ਸੀਗਾ, ਜਦੋਂ ਇਟ ਸਟਾਰਟਡ ਪੈਂਡੈਮਿਕ, ਸਟਿਲ ਗੋਇੰਗ ਔਨ, ਤਾਂ ਉਦੋਂ ਇਹ ਜਿਵੇਂ ਆਪਾਂ ਅੱਗੇ ਵੀ ਜ਼ਿਕਰ ਕੀਤਾ ਕਿ ਪ੍ਰੈਡਿਕਸ਼ਨ ਆਈ ਸੀ ਕਿ ਪ੍ਰਾਈਸ ਜਿਹੜੇ ਆ ਉਹ ਕ੍ਰੈਸ਼ ਹੋ ਜਾਣਗੇ ਜੀ। ਠੀਕ ਹੈ। ਮੋਸਟ ਆਫ ਦਾ ਬਿਲਡਰਸ ਨੇ ਵੀ ਸਲੋ ਕਰ ਦਿੱਤਾ ਸੀਗਾ ਨਵੇਂ ਘਰ ਬਣਾਉਣੇ। ਸੋ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਇੱਕ ਡਿਮਾਂਡ ਜਿਹੜੀ ਸੀਗੀ ਉਹ ਘਟ ਗਈ ਸੀਗੀ। ਲੇਕਿਨ ਐਜ਼ ਵੀ ਐਂਟਰਡ ਜੁਲਾਈ ਲਾਸਟ ਈਅਰ, ਜਦੋਂ ਰਿਸਟ੍ਰਿਕਸ਼ਨ ਘਟਣੀਆਂ ਸ਼ੁਰੂ ਹੋਈਆਂ ਔਰ ਲੋਕਾਂ ਕੋਲ ਜਿਹੜਾ ਐਕਸੈਸਿਵ ਲਿਕੁਇਡੇਸ਼ਨ ਆ ਗਈ, ਉਹਦੇ ਕਰਕੇ ਇੱਕਦਮ ਉਹਨਾਂ ਦਾ ਰੁਖ ਜਦੋਂ ਰੀਅਲ ਐਸਟੇਟ ਵੱਲ ਹੋਇਆ, ਤਾਂ ਉਹ ਅੱਜ ਵੀ ਜਾਰੀ ਹੈ। ਜਿਵੇਂ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀ ਢਿੱਲੋਂ ਸਾਹਿਬ ਕਿ 200 ਬਿਲੀਅਨ ਦੇ ਕਰੀਬ ਜਿਹੜਾ ਲੋਕਾਂ ਦੇ ਕੋਲ ਪਿਆ ਵਾ ਹਾਰਡ ਕੈਸ਼, ਵਿਚ ਇਜ਼ ਕਾਲਡ ਲਿਕੁਇਡਿਟੀ। ਉਹ ਫਿਗਰ ਜਿਹੜੀ ਹੁਣ ਇੱਕ ਹਫ਼ਤੇ ਬਾਅਦ ਰਿਵਾਈਜ਼ ਕੀਤੀ ਹੈ, ਦੈਟ ਨਾਓ ਇਜ਼ 220 ਬਿਲੀਅਨ, ਯਾਨੀ ਕਿ 220 ਬਿਲੀਅਨ ਹੋ ਗਿਆ। ਕਰੈਕਟ। ਮਤਲਬ ਅੱਗੇ ਫਰਦਰ ਜਿਹੜੀ ਹੈਗੀ ਹੈ ਉਹਦੇ 'ਚ ਐਡੀਸ਼ਨ ਹੋ ਗਈ ਹੈ। ਤੇ ਉਹ ਗੌਰਮੈਂਟ ਨੂੰ ਜਿਹੜਾ ਸਭ ਤੋਂ ਵੱਡਾ ਡਰ ਸਤਾ ਰਿਹਾ ਵਾ, ਸਭ ਐਨਾਲਿਸਟ ਨੂੰ ਵੀ, ਕਿ ਅਗਰ ਇਹ ਸਾਰਾ ਪੈਸਾ ਇੱਕਦਮ ਮਾਰਕੀਟ ਵਿੱਚ ਆ ਜਾਂਦਾ ਤਾਂ ਇਹਦੇ ਨਾਲ ਇਨਫਲੇਸ਼ਨ ਆ ਜਾਏਗੀ। ਅੱਛਾ ਜੀ। ਸੋ ਉਸ ਚੀਜ਼ ਨੂੰ ਚੈੱਕ ਕਰਨ ਵਾਸਤੇ ਗੌਰਮੈਂਟ ਲਈ ਇੱਕ ਬੜੀ ਵੱਡੀ ਸਿਰਦਰਦੀ ਪੈਦਾ ਹੋਈ ਹੈ ਕਿ ਕਿਵੇਂ ਰੀਅਲ ਐਸਟੇਟ ਦੇ ਪ੍ਰਾਈਸ ਨੂੰ ਚੈੱਕ ਕੀਤਾ ਜਾਏ, ਕਿਉਂਕਿ ਅਗਰ ਇਹ ਪ੍ਰਾਈਸ ਚੈੱਕ ਨਹੀਂ ਹੁੰਦਾ ਜੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਡਰ ਹੈ ਕਿ ਜਦੋਂ ਇਨਫਲੇਸ਼ਨ ਆਏਗੀ ਤਾਂ ਨੈਚੁਰਲੀ ਜਦੋਂ ਇਨਫਲੇਸ਼ਨ ਆਉਂਦੀ ਉਹਨੂੰ ਚੈੱਕ ਕਰਨ ਵਾਸਤੇ ਰੇਟ ਆਫ ਇੰਟਰਸਟ ਵੱਧਦੇ ਆ। ਠੀਕ ਹੈ ਜੀ। ਜਦੋਂ ਰੇਟ ਆਫ ਇੰਟਰਸਟ ਵਧਣਗੇ ਤਾਂ ਨੈਚੁਰਲੀ ਮੌਰਗੇਜ ਦੇ ਵੀ ਰੇਟ ਵਧਣਗੇ ਜੀ। ਸੋ ਉਹਨਾਂ ਨੂੰ ਇਹ ਡਰ ਹੈ ਕਿ ਕਿਤੇ ਮਾਸਿਵ ਡਿਫਾਲਟ ਨਾ ਹੋਣ ਮੌਰਗੇਜ। ਅਗਰ ਇਹੋ ਜਿਹਾ ਹੋ ਜਾਂਦਾ ਤਾਂ ਕੈਨੇਡਾ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚ ਫਸ ਜਾਵੇਗਾ। ਜਿਸ ਤਰੀਕੇ ਦਾ ਆਪਾਂ US 'ਚ ਦੇਖਿਆ ਸੀਗਾ ਕੁਝ ਸਾਲ ਪਹਿਲਾਂ ਹੋਇਆ, ਮੇਰੇ ਖਿਆਲ 2006-7 ਵਾਲੇ ਜਿਹੜਾ ਖਾਸ ਕਰਕੇ। ਬਿਲਕੁਲ 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 ਜੀ। ਈਵਨ ਐਨਾਲਿਸਟ ਦਾ ਕਹਿਣਾ ਢਿੱਲੋਂ ਸਾਹਿਬ ਕਿ ਜਿਹੜੀ ਕਰੰਟ ਸਿਚੁਏਸ਼ਨ ਹੈ, ਦੇਖੋ ਤਕੜੀ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇੱਕ ਬੈਲੈਂਸ ਹੁੰਦਾ। ਉਹ ਕਹਿੰਦੇ ਵੀ ਇੱਕ ਇਹ ਜਿਹੜਾ ਟੁਵਰਡ ਸੈਲਰ ਕਦੀ ਵੀ ਨਹੀਂ ਵੇਖਿਆ ਗਿਆ ਕਿ ਕਿੰਨੀ ਉਹ ਜ਼ਿਆਦਾ ਉਧਰ ਨੂੰ ਝੁਕ ਗਿਆ ਵਾ। ਮਤਲਬ ਦੇ ਹੈਵ ਨੈਵਰ ਸੀਨ। ਮਾਰਕੀਟ ਨੇ ਇਕੁਇਲਿਬ੍ਰੀਅਮ ਤੇ ਆਣਾ ਆ, ਜਿੱਥੇ ਸਪਲਾਈ ਵਰਸਸ ਜਿਹੜੀ ਡਿਮਾਂਡ ਹੈਗੀ ਆ, ਉਹਨੇ ਕਿਤੇ ਨਾ ਕਿਤੇ ਬੈਲੈਂਸ ਆਊਟ ਕਰਨਾ ਹੈ। ਬਿਲਕੁਲ ਬਿਲਕੁਲ। ਉਹਦਾ ਇੱਕੋ ਤਰੀਕਾ ਹੈਗਾ, ਜਾਂ ਤਾਂ ਇਹ ਮਾਰਕੀਟ 'ਚ ਕਰੈਕਸ਼ਨ ਆਏਗੀ ਜੀ। ਜੇ ਕਰੈਕਸ਼ਨ ਆਉਂਦੀ ਆ ਤਾਂ ਨੈਚੁਰਲੀ ਜਦੋਂ ਕਰੈਕਸ਼ਨ ਆਏਗੀ ਤਾਂ ਮਾਸਿਵ ਡਿਫਾਲਟ ਹੋਣਗੀਆਂ, ਕਿਉਂਕਿ ਉਹਦਾ ਰੀਜਨ ਦੇਖੋ ਢਿੱਲੋਂ ਸਾਹਿਬ, ਜਿਹੜਾ ਸਭ ਤੋਂ ਵੱਡਾ ਜਿਹੜਾ ਡਰ ਸਤਾ ਰਿਹਾ ਲੋਕਾਂ ਨੂੰ ਉਹ ਹੈਗਾ ਸਬ ਅਰਬਨ ਏਰੀਆਜ਼। ਜਿਹੜੀ ਪ੍ਰਾਈਸ ਦੇ ਵਿੱਚ ਇਨਕਰੀਜ਼ ਆ ਰਹੀ ਆ, ਅਗਰ ਤੁਸੀਂ ਡਾਟਾਜ਼ ਵੇਖੋ ਓਨਟਾਰੀਓ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਓਨਟਾਰੀਓ ਦੇ ਵਿੱਚ ਜਿਹੜੇ 40 ਰੀਜਨਸ ਨੇ ਉਹਨਾਂ ਵਿੱਚ ਇਸ ਵੇਲੇ ਲੈਸ ਦੈਨ 1 ਮੰਥ ਇਨਵੈਂਟਰੀ ਹੈ। correct, मतलब otherwise expected industry ਦੀ close to 45 to 50 days ਜਾਂ 55 days। ਮਤਲਬ ਉਹਨਾਂ 40 ਰੀਜਨ ਵਿੱਚ ਲੈਸ ਦੈਨ 1 ਮੰਥ ਇਨਵੈਂਟਰੀ ਰਹਿ ਗਈ ਹੈ ਘਰਾਂ ਦੀ।
ਔਰ ਉੱਥੇ ਜਿਹੜੀ ਪ੍ਰਾਈਸ ਹੈ ਤੁਸੀਂ ਬਲੀਵ ਨਹੀਂ ਕਰੋਗੇ, ਤੁਸੀਂ ਟੋਰਾਂਟੋ ਨੂੰ ਛੱਡ ਦਿਓ, ਟੋਰਾਂਟੋ ਵਿੱਚ ਤਾਂ ਐਵਰੇਜ ਜਿਹੜਾ ਵਾ 20% ਦੀ ਪ੍ਰਾਈਸ ਹੋਈ ਹੈ ਈਅਰ ਟੂ ਈਅਰ, ਮੰਥ ਟੂ ਮੰਥ ਜੇ ਲਾਸਟ ਈਅਰ। ਲੇਕਿਨ ਜਿਹੜੇ ਛੋਟੇ ਸ਼ਹਿਰ ਨੇ, ਚਾਹੇ ਗਲਫ ਲੈ ਲਓ, ਨਿਆਗਰਾ ਰੀਜਨ ਲੈ ਲਓ, ਉਹਦੇ ਵਿੱਚ 30 ਤੋਂ ਲੈ ਕੇ 35% ਤੱਕ ਵੀ ਕਈ ਛੋਟੇ ਸਰਬਰਨ ਦੇ ਵਿੱਚ ਪ੍ਰਾਈਸ ਦੀ ਜਿਹੜੀ ਆ ਐਪਰੀਸੀਏਸ਼ਨ ਵੇਖੀ ਗਈ ਹੈ ਲਾਸਟ ਈਅਰ ਤੋਂ ਲੈ ਕੇ ਇਸ ਸਾਲ ਤੱਕ। ਅੱਛਾ ਜੀ। ਅਗਰ ਐਨਾਲਿਸਟ ਨੂੰ ਇਹੀ ਡਰ ਹੈ ਕਿ ਜਦੋਂ ਸਾਰਾ ਕੁਝ ਠੀਕ ਹੋ ਜਾਏਗਾ, ਅਗਰ ਉਹ ਸਬਅਰਬਨ ਤੋਂ ਲੋਕੀ ਦੁਬਾਰਾ, ਇੱਕ ਹੋਰ ਫਿਗਰ ਮੈਂ ਤੁਹਾਨੂੰ ਉਹਦੇ ਵਿੱਚ ਐਡ ਕਰ ਦਿਆਂ ਕਿ ਟੋਰਾਂਟੋ ਤੋਂ ਲਗਭਗ 50,000 ਲੋਕ ਮੂਵ ਕੀਤੇ ਨੇ। ਅੱਛਾ ਜੀ। ਹੁਣ ਇਹ ਨਹੀਂ ਪਤਾ ਕਿ ਉਹ 50,000 ਲੋਕ ਗਏ ਕਿੱਥੇ ਨੇ, ਆਈਦਰ ਦੇ ਮੂਵ ਟੂ ਸਬਅਰਬਨ, ਆਈਦਰ ਦੇ ਲੈਫਟ ਦੈਟ ਪ੍ਰੋਵਿੰਸ। ਲੇਕਿਨ ਉਹਨਾਂ ਨੂੰ ਡਰ ਹੈ ਕਿ ਜਦੋਂ ਦੁਬਾਰਾ ਕੰਮਕਾਰ ਜਿਹੜੇ ਦੁਬਾਰਾ ਆਫਿਸਿਸ ਵਿੱਚ ਸ਼ੁਰੂ ਹੋ ਜਾਣਗੇ, ਤਾਂ ਜਦੋਂ ਉਹ ਲੋਕ ਵਾਪਸ ਸਬਅਰਬਨ ਤੋਂ ਦੁਬਾਰਾ ਆਪਣੇ ਆਫਿਸ ਟੋਰਾਂਟੋ 'ਚ ਹਾਈ ਰਾਈਜ਼ ਬਿਲਡਿੰਗ 'ਚ ਆਉਣਗੇ, ਦੇ ਕਾਂਟ ਅਫੋਰਡ 2 ਤੋਂ 2.5 ਘੰਟੇ ਦੀ ਰੋਜ਼ ਉਹਨਾਂ ਨੂੰ ਇੱਕ ਵਨ ਸਾਈਡ ਟਰੈਵਲਿੰਗ ਹੈ, ਉਹ ਤੰਗ ਕਰੇਗੀ, ਤਾਂ ਦੇ ਵਿਲ ਟਰਾਈ ਟੂ ਬੁੱਕ ਦਾ ਪ੍ਰੋਫਿਟਸ। ਠੀਕ ਹੈ ਜੀ। ਸੋ ਉਦੋਂ ਮਾਰਕੀਟ ਕ੍ਰੈਸ਼ ਹੋਏਗੀ, ਜਿਹੜਾ ਸਭ ਤੋਂ ਵੱਡਾ ਡਰ ਉਹਨਾਂ ਨੂੰ ਇਹ ਸਤਾ ਰਿਹਾ। ਠੀਕ ਹੈ ਜੀ। ਤੇ ਇੱਕ ਮੈਂ ਟਰਮ ਜਿਹੜੀ ਹੈਗੀ ਆ ਚੀਮਾ ਸਾਹਿਬ ਦੇਖ ਰਿਹਾ ਸੀਗਾ, OSFI, ਯਾ ਉਹ ਕੀ ਚੀਜ਼ ਹੈ ਜੀ, ਤੇ ਉਹਦਾ ਕੀ ਰੋਲ ਹੈਗਾ ਜੀ? ਢਿੱਲੋਂ ਸਾਹਿਬ, 8 ਮੈਂ ਅਗਰ ਗਲਤ ਨਹੀਂ ਤਾਂ 8 ਅਪ੍ਰੈਲ ਨੂੰ ਇੱਕ ਬੜੀ ਵੱਡੀ ਬ੍ਰੇਕਿੰਗ ਨਿਊਜ਼ ਆਈ ਸੀਗੀ ਲਾਸਟ ਵੀਕ ਕਿ OSFI ਨੇ ਦੇ ਰਿਕਮੈਂਡਡ ਬੈਂਚਮਾਰਕ ਜਿਹੜਾ ਸਟ੍ਰੈਸ ਟੈਸਟ ਹੈ ਫਰੋਮ 4.79 ਟੂ 5.25 ਕਰਨ ਦੀ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਹੈ। ਔਰ ਉਹਨਾਂ ਨੇ ਹੁਣ ਰਿਵਿਊਜ਼ ਮੰਗੇ ਨੇ, ਔਰ ਜਿਹੜੇ ਅਗਰ ਸਭ ਕੁਝ ਠੀਕ ਠਾਕ ਰਹਿੰਦਾ ਤਾਂ ਉਹ 1 ਜੂਨ ਤੋਂ ਲਾਗੂ ਹੋ ਜਾਣਗੇ। ਇਹ ਕੌਣ ਹੈ ਜੀ? ਇਹਨੂੰ ਅਗਰ ਆਪਾਂ ਐਬਰੀਵੇਸ਼ਨ ਨੂੰ ਇਹਦਾ OFSI ਦਾ ਮਤਲਬ ਹੈ OSFI ਦਾ ਆਫਿਸ ਆਫ ਸੁਪਰੀਡੈਂਟ ਆਫ ਫਾਈਨੈਂਸ਼ੀਅਲ ਇੰਸਟੀਚਿਊਟ। ਅੱਛਾ ਜੀ। ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ਜਦੋਂ ਤੱਕ ਇਹਨਾਂ ਦੀ ਆਨਸਰੇਬਿਲਿਟੀ ਫੈਡਰਲ ਗਵਰਨਮੈਂਟ ਨੂੰ ਹੈ। ਇਹ ਫੈਡਰਲ ਗਵਰਨਮੈਂਟ ਦੀ ਇੱਕ ਇੰਡੀਪੈਂਡੈਂਟ ਏਜੰਸੀ ਹੈ। ਅੱਛਾ ਜੀ। ਵਿਚ ਰੈਗੂਲੇਟ ਦਾ ਬੈਂਕਸ। ਕਰੈਕਟ। ਠੀਕ ਹੈ ਜੀ। ਉਹਨਾਂ ਨੂੰ ਬੈਂਕ ਐਂਡ ਪੈਨਸ਼ਨ ਪਲਾਨਸ। ਅੱਛਾ, ਮਤਲਬ ਇਹ ਉਹ ਇੰਸਟੀਟਿਊਸ਼ਨ ਆ ਜਿਹੜਾ ਨਾਟ ਓਨਲੀ ਆਨਸਰੇਬਲ ਫੈਡਰਲ ਗਵਰਨਮੈਂਟ ਨੂੰ ਆ, ਬਟ ਇਹ ਫੈਡਰਲ ਗਵਰਨਮੈਂਟ ਦੇ ਜਿਹੜੇ ਫਾਈਨੈਂਸ਼ੀਅਲ ਮੈਟਰਸ ਨੇ ਮੁਲਕ ਦੇ, ਉਸ ਪਾਲਿਸੀਜ਼ ਨੂੰ ਇਹ ਡਿਸਾਈਡ ਕਰਦਾ। ਬਿਲਕੁਲ। ਇਹ ਢਿੱਲੋਂ ਸਾਹਿਬ ਫਾਈਨੈਂਸ਼ੀਅਲ ਇੰਟਰਸਟ ਵਾਚ ਕਰਦੀ ਹੈ ਕੰਜ਼ਿਊਮਰਸ ਦੇ। ਠੀਕ ਹੈ ਜੀ। ਇਹ ਦੇਖਦੀ ਹੈ ਕਿ ਜਿਹੜੇ ਫਾਈਨੈਂਸ਼ੀਅਲ ਇੰਸਟੀਚਿਊਟ ਨੇ, ਚਾਹੇ ਉਹ ਬੈਂਕ ਨੇ, ਚਾਹੇ ਪ੍ਰਾਈਵੇਟ ਪੈਨਸ਼ਨ ਪਲਾਨ, ਜਿਹੜੇ ਫੈਡਰਲ ਗਵਰਨਮੈਂਟ ਅੰਡਰ ਰੈਗੂਲੇਸ਼ਨ ਆਉਂਦੇ ਨੇ ਜੀ, ਠੀਕ ਹੈ, ਚਾਹੇ ਇੰਸ਼ੋਰੈਂਸ ਕੰਪਨੀਜ਼ ਨੇ, ਚਾਹੇ ਟਰਸਟ ਕੰਪਨੀ ਨੇ, ਲੋਨ ਕੰਪਨੀ ਨੇ, ਕਿ ਉਹਨਾਂ ਦਾ ਜਿਹੜਾ ਕੰਮ ਕਾਜ ਆ, ਕਿ ਜੋ ਡਾਇਰੈਕਸ਼ਨਸ ਫੈਡਰਲ ਗਵਰਨਮੈਂਟ ਦੀ ਕਿ ਉਹਦੇ ਹਿਸਾਬ ਨਾਲ ਉਹ ਕੰਮ ਕਰ ਰਹੇ ਨੇ ਜੀ। ਸੋ ਉਹ ਇਹਨਾਂ ਚੀਜ਼ਾਂ ਨੂੰ ਵਾਚ ਕਰਕੇ ਇਹ ਮਤਲਬ ਨਿਸ਼ਚਿਤ ਕਰਦੀ ਹੈ ਕਿ ਜਿਹੜਾ ਕੰਜ਼ਿਊਮਰ ਦਾ ਕੌਨਫੀਡੈਂਸ ਹੈ ਇਹਨਾਂ ਫਾਈਨੈਂਸ਼ੀਅਲ ਇੰਸਟੀਚਿਊਟ ਉੱਤੇ ਬਣਿਆ ਰਹੇ। ਠੀਕ ਹੈ। ਹੁਣ ਜਦੋਂ ਇਹ ਬਹਿਸ ਚੱਲ ਪਈ ਹੈ, ਕਿਉਂਕਿ ਹੁਣ ਦੇਖੋ ਇੱਕ ਦੂਜੇ ਉੱਤੇ ਦੋਸ਼ ਲੱਗ ਰਹੇ ਨੇ, ਜਿਵੇਂ ਮੌਂਟਰੀਅਲ ਬੈਂਕ ਆਫ ਮੌਂਟਰੀਅਲ ਦੇ CEO ਨੇ ਇੱਕ ਲੈਟਰ ਲਿਖੀ ਸੀਗੀ ਆਪਣੇ ਕਲਾਇੰਟਸ ਨੂੰ, ਜਿਹਦੇ ਵਿੱਚ ਉਹਨਾਂ ਨੇ ਇੱਕ ਹੋਮ ਸਿਚੁਏਸ਼ਨ ਐਨਾਲਿਸਿਸ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਸਿੱਧਾ ਦੋਸ਼ ਲਾਇਆ ਬੈਂਕ ਆਫ ਕੈਨੇਡਾ ਦੇ ਉੱਤੇ ਕਿ ਜਿਹੜਾ ਇਹ ਓਵਰਹੀਟਡ ਰੀਅਲ ਏਸਟੇਟ ਮਾਰਕੀਟ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਬੈਂਕ ਆਫ ਕੈਨੇਡਾ ਦਾ ਵੀ ਦੋਸ਼ ਹੈਗਾ। ਠੀਕ ਹੈ ਜੀ। ਉਹਦਾ ਕਾਰਨ ਇਹ ਉਹਨਾਂ ਦਾ ਇਹ ਕਹਿਣਾ ਕਿ ਬੈਂਕ ਆਫ ਕੈਨੇਡਾ ਬਾਰ-ਬਾਰ ਇਹ ਹਿੰਟ ਦੇ ਰਿਹਾ ਕਿ ਜਿਹੜੇ ਲੈਂਡਿੰਗ ਰੇਟਸ ਨੇ, ਓਵਰਨਾਈਟ ਲੈਂਡਿੰਗ ਰੇਟ, ਦੇ ਆਰ ਨਾਟ ਗੋਇੰਗ ਟੂ ਇਨਕਰੀਜ਼ ਇਨ ਸੂਨ। ਠੀਕ ਹੈ। ਕਿ ਛੇਤੀ ਕਰਕੇ ਉਹ ਵਧਣਗੇ ਨਹੀਂ। ਸੋ ਉਹਦੇ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਸ਼ੋਰਟੀ ਮਿਲੀ ਜਾ ਰਹੀ ਹੈ ਕਿ ਜਿਹੜੇ ਮੌਰਗੇਜ ਦੇ ਜਿਹੜੇ ਰੇਟ ਨੇ ਇਹੀ ਰਹਿਣਗੇ। ਰੇਟ ਆਫ ਇੰਟਰਸਟ ਜਿਹੜੇ ਨੇ ਉਹ ਆਉਣ ਵਾਲੇ ਇਮੀਡੀਏਟ ਅਗਰ ਆਪਾਂ ਕਹੀਏ ਫਿਊਚਰ ਦੇ ਵਿੱਚ ਕੋਈ ਲੰਬੀ ਚੌੜੀ ਕਿਉਂਕਿ ਉਹ ਹਿੰਟ ਦੇ ਨੇ। ਲੇਕਿਨ ਉਹਨਾਂ ਦੀ ਮਜਬੂਰੀ ਬੈਂਕ ਆਫ ਕੈਨੇਡਾ ਦੀ ਇਹ ਹੈ ਕਿ ਉਹਨਾਂ ਨੇ ਇਕੱਲਾ ਰੀਅਲ ਏਸਟੇਟ ਨੂੰ ਨਹੀਂ ਵੇਖਣਾ ਜੀ, ਦੇ ਹੈਵ ਟੂ ਸੀ ਦਾ ਅਦਰ ਚੀਜ਼ਾਂ ਵੀ ਵੇਖਣੀਆਂ ਨੇ। ਜਿਵੇਂ ਤੁਸੀਂ ਮੰਨ ਲਓ ਇੰਡਸਟਰੀ ਆ, ਜੇ ਅਗਰ ਰੇਟ ਆਫ ਇੰਟਰਸਟ ਉਹ ਵਧਾਉਂਦੇ ਨੇ, ਨੈਚੁਰਲੀ ਬੋਰੋਇੰਗ ਦੀ ਕੋਸਟ ਵੱਧ ਜਾਏਗੀ। ਸੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਕਿ ਜਿਹੜਾ ਅਨਐਮਪਲਾਇਮੈਂਟ ਰੇਟ ਕੈਨੇਡਾ ਦਾ, ਜਿਵੇਂ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਮੀਗ੍ਰੇਸ਼ਨ ਖੁੱਲ ਜਾਏਗੀ, ਨੰਬਰ ਆਫ ਪੀਪਲਸ ਕੇਮ ਫਰੋਮ ਅਦਰ ਕੰਟਰੀ ਜਿਹੜੇ ਮਾਈਗ੍ਰੇਟ ਕਰਕੇ ਆਉਣਗੇ, ਕਿ ਉਹਨਾਂ ਲਈ ਸਫੀਸ਼ੀਐਂਟ ਜੌਬਸ ਹੋਣਗੀਆਂ। ਸੋ ਅਗਰ ਉਹ ਬੋਰੋਇੰਗ ਦੀ ਕੋਸਟ ਵਧਾ ਦਿੰਦੇ ਨੇ ਓਵਰਨਾਈਟ ਲੈਂਡਿੰਗ ਰੇਟ ਨਾਲ, ਉਹਦੇ ਨਾਲ ਜੌਬਸ ਕ੍ਰੀਏਟ ਨਹੀਂ ਹੋਣੀਆਂ। ਠੀਕ ਹੈ ਜੀ। ਚੀਮਾ ਸਾਹਿਬ, ਬਹੁਤ ਇੰਪੋਰਟੈਂਟ ਗੱਲਾਂ ਜਿਹੜੀਆਂ ਨੇ ਤੁਸੀਂ ਅੱਜ ਫੇਰ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਤੇ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ ਜੀ। ਇੱਕ ਛੋਟੀ ਜੀ ਬ੍ਰੇਕ ਜਿਹੜੀ ਹੈ ਉਹ ਕਮਰਸ਼ੀਅਲ ਲਈਏ ਜੀ ਆਪਾਂ ਜੀ। ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ। ਤੇ ਸਾਡੀ ਗੱਲਬਾਤ ਜਤਿੰਦਰ ਚੀਮਾ ਜੀ ਨਾਲ ਚੱਲ ਰਹੀ ਹੈ। ਇਹ ਰੀਅਲ ਐਸਟੇਟ ਦੇ ਉੱਤੇ ਆਪਣੀ ਬਹੁਤ ਵੱਡੀ ਪਕੜ ਰੱਖਦੇ ਨੇ, ਬਹੁਤ ਵੱਡਾ ਨਾਂ ਨੇ ਕੈਲਗਰੀ ਦੇ ਵਿੱਚ। ਤੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਪ੍ਰਾਈਸਿਸ ਨੂੰ ਲੈ ਕੇ ਤੇ ਜਿਹੜੀਆਂ ਰੈਗੂਲੇਟਰੀ ਅਥਾਰਟੀਜ਼ ਨੇ ਉਹ ਉਹਨਾਂ ਦਾ ਕੀ ਪੱਖ ਹੈਗਾ ਆ, ਔਰ ਕੀ ਲਾਈਕਲੀ ਚੇਂਜਸ ਨੇ
ਜਿਹੜੀਆਂ ਕਿ ਹਾਊਸਿੰਗ ਮਾਰਕੀਟ ਨੂੰ ਕਿਸ ਤਰ੍ਹਾਂ ਅਫੈਕਟ ਕਰਨਗੀਆਂ, ਉਹਦੇ ਵਾਸਤੇ ਸਾਡੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਸੀ। ਚੀਮਾ ਸਾਹਿਬ, ਫਿਰ ਕੀ ਲੱਗਦਾ ਹੈ ਤੁਹਾਨੂੰ ਵੀ ਜਿਹੜਾ ਇਹ ਤੁਸੀਂ ਬਲੇਮ ਗੇਮ ਦੀ ਗੱਲ ਕੀਤੀ ਕਿ ਬੈਂਕ ਆਫ ਮੌਂਟਰੀਅਲ ਦੇ CEO ਨੇ, ਉਹਨਾਂ ਨੇ ਜਿਹੜਾ ਆ ਉਹ ਬੈਂਕ ਆਫ ਕੈਨੇਡਾ ਦੇ ਜਿਹੜੇ ਓਪਰੇਸ਼ਨ ਸੀਗੇ ਉਹਨੂੰ ਪਾਲਿਸੀਜ਼ ਨੂੰ ਕੁਐਸਚਨ ਕੀਤਾ ਜਾਂ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ, ਤੇ ਤੁਹਾਨੂੰ ਹੁਣ ਫਾਈਨਲੀ ਕੀ ਲੱਗ ਰਿਹਾ ਆ ਕਿ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਜੂਨ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਸਟ੍ਰੈਸ ਟੈਸਟ ਦੇ ਵਧਣ ਦੇ ਚਾਂਸ ਹੈਗੇ ਆ, ਸੋ ਤੁਸੀਂ ਅੱਜ ਅਗਰ ਕੋਈ ਬਾਇਰ ਹੈਗਾ ਜਾਂ ਸੈਲਰ ਹੈਗਾ ਉਹਨੂੰ ਕੀ ਐਡਵਾਈਸ ਦੇਣੀ ਚਾਹੋਗੇ ਜੀ? ਦੇਖੋ ਜੀ, ਬਾਇਰ ਔਰ ਸੈਲਰ ਨੂੰ ਜਿਹੜੀ ਐਡਵਾਈਸ ਤਾਂ ਇਹੋ ਹੀ ਹੈਗੀ ਹੈ ਕਿ ਜਿਹੜਾ ਉਹਨੂੰ ਆਪਣਾ ਪੂਰੇ ਵਾਚ ਕਰ ਲੈਣਾ ਚਾਹੀਦਾ ਹੈ ਮਾਰਕੀਟ 'ਚ ਐਂਟਰ ਕਰਨ ਤੋਂ ਪਹਿਲਾਂ, ਕਿ ਉਹਨਾਂ ਨੇ ਜਿਹੜਾ ਘਰ ਦਾ ਬਾਏ ਕਰਨਾ ਕਿ ਉਹ ਉਸ ਹਿਸਾਬ ਨਾਲ ਉਸ ਪ੍ਰਾਈਸ ਬ੍ਰੈਕਟ ਦੇ ਹਿਸਾਬ ਨਾਲ ਕਿ ਉਹ ਮਾਰਕੀਟ ਦੇ ਜਿਹੜੀ ਉਹਨੂੰ ਸਪੋਰਟ ਕਰ ਰਹੀ ਹੈ ਜੀ। ਕਿਤੇ ਇਹ ਨਾ ਹੋਵੇ ਕਿ ਆਪਾਂ ਕੋਈ ਇਹੋ ਜਿਹੀ ਇਨਵੈਸਟਮੈਂਟ ਕਰ ਦਈਏ ਜਿਹੜੇ ਕਈ ਸਾਲ ਤੱਕ ਵੀ ਉਹ ਦੁਬਾਰਾ ਪ੍ਰਾਈਸ ਉਸ 'ਤੇ ਨਾ ਆ ਸਕਣ। ਸੋ ਉਹਨਾਂ ਨੂੰ ਬੜਾ ਕੇਅਰਫੁਲੀ ਵਾਚ ਕਰਨਾ ਚਾਹੀਦਾ। ਔਰ ਸੈਲਰ ਵਾਸਤੇ ਜਿਹੜੀ ਸਭ ਤੋਂ ਵੱਡੀ ਇਸ ਵੇਲੇ ਜ਼ਰੂਰੀ ਹੈ, ਦੇਖੋ ਮਾਰਕੀਟ ਵਿੱਚ ਕੁਛ ਨਾ ਕੁਛ ਜ਼ਰੂਰ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਸੋ ਅਗਰ ਓਵਰ ਐਂਬੀਸ਼ੀਅਸ ਸੈਲਰ ਇਹ ਸੋਚ ਰਿਹਾ ਕਿ ਮੈਂ ਅਨਲਿਮਿਟਿਡ ਮਾਰਜਨਸ ਜਾਂ ਪ੍ਰੋਫਿਟਸ ਕੱਢ ਲਵਾਂਗਾ, ਤਾਂ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਖਾਸ ਕਰਕੇ ਮੈਂ ਐਲਬਰਟਾ ਦੀ ਗੱਲ ਕਰ ਰਿਹਾ ਵਾਂ, ਕਿਉਂਕਿ ਦੂਜੀ ਜਗ੍ਹਾ ਦੇ ਤਾਂ ਜੋ ਵੀ ਪ੍ਰਾਈਸ ਹੈ ਉਹ ਤੋਂ ਓਵਰ ਬਿਡਿੰਗ ਹੋ ਰਹੀ ਹੈ। ਲੇਕਿਨ ਐਲਬਰਟਾ ਵਿੱਚ ਅੱਜ ਵੀ ਅਗਰ ਕੈਲਗਰੀ ਦੀ ਆਪਾਂ ਗੱਲ ਲੈ ਲਈਏ ਤਾਂ ਅੱਜ ਵੀ ਨੰਬਰ ਆਫ ਪ੍ਰੋਪਰਟੀਜ਼ ਅਵੇਲੇਬਲ ਹੈਗੀਆਂ ਨੇ ਮਾਰਕੀਟ 'ਚ, ਲੇਕਿਨ ਲੋਕਾਂ ਨੇ ਓਵਰ ਐਂਬੀਸ਼ੀਅਸ ਹੁੰਦੇ ਹੋ ਸੈਲਰਸ ਨੇ ਉਹਦਾ ਪ੍ਰਾਈਸ ਬੜੇ ਹਾਈ ਲਾਏ ਹੋਏ ਨੇ। ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਣਾ ਪ੍ਰਾਈਸ ਮਾਰਕੀਟ ਦੇ ਸਾਹਮਣੇ, ਕਿਉਂਕਿ ਵੀ ਆਰ ਸਟਿਲ ਲੋਅਰ, ਜੇ 2014 ਦੇ ਮੁਕਾਬਲੇ ਤੇ ਅੱਜ ਵੀ ਆਪਾਂ 4% ਪ੍ਰਾਈਸਿਸ ਸਾਡੇ ਘੱਟ ਨੇ ਜੀ। ਸੋ ਅਗਰ ਤੁਸੀਂ ਦੇਖੋ ਮਾਰਕੀਟ 'ਚ ਜਿਹੜੀ ਚੰਗੀ ਪ੍ਰਾਪਰਟੀ ਆ ਰਹੀ ਹੈ ਉਹ ਰਾਈਟ ਵੇ ਵਿਕ ਰਹੀ ਹੈ। ਤੇ ਇੱਕ ਚੀਮਾ ਸਾਹਿਬ, ਇਹਦੇ 'ਚ ਹੋਰ ਵੀ ਸ਼ਾਇਦ ਤੁਸੀਂ ਜ਼ਿਆਦਾ ਇੱਥੇ ਕਮੈਂਟ ਕਰ ਸਕਦੇ ਹੋ ਕਿ ਜਿਹੜਾ ਅੱਜ ਘਰ ਫਲਿੱਪ ਕਰਨ ਦੀ ਪਲਾਨ ਕਰਦਾ ਹੈ, ਆਪਾਂ ਐਲਬਰਟਾ ਦੀ ਗੱਲ ਕਰ ਰਹੇ ਹਾਂ, ਕਿ ਉਹਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਮਾਰਕੀਟ ਹੌਟ ਹੈ ਤੇ ਮੈਂ ਆਪਣਾ ਘਰ ਵੇਚਦਾ, ਮੇਰੀ ਪ੍ਰਾਈਸ ਜਿਹੜੀ ਹੈ ਜੀ ਉਹ ਪਹਿਲਾਂ ਮੰਨ ਲਓ 4 ਲੱਖ ਸੀਗੀ, ਹੁਣ ਮੈਨੂੰ 5 ਮਿਲ ਜਾਣੀ ਹੈ। ਹਾਈਪੋਥੈਟੀਕਲ ਗੱਲ ਕਰ ਰਿਹਾ। ਬਿਲਕੁਲ। ਸੋ ਜੇ ਮੈਨੂੰ ਉਹ ਮਿਲ ਜਾਂਦੀ ਹੈ ਤੇ ਮੈਂ ਇਦਾਂ ਕਿਉਂ ਨਾ ਕਰਾਂ ਕਿ ਮੈਂ 5 ਲੱਖ ਵਾਲਾ ਘਰ ਦੇਖ ਲਾਂ, ਤੇ ਜੇ ਉਹ ਇੱਥੇ ਸੈੱਲ ਕਰਕੇ ਉਹ ਜਾ ਕੇ ਬਾਏ ਕਰਦਾ ਹੈ, ਅਲਟੀਮੇਟਲੀ ਉਹ ਵੀ ਤੇ ਹਾਇਰ ਪ੍ਰਾਈਸ ਤੇ ਹੀ ਬਾਏ ਕਰੇਗਾ। ਬਿਲਕੁਲ ਇਨਫਲੇਟਡ ਪ੍ਰਾਈਸ ਤੇ ਬਾਏ ਕਰੇਗਾ। ਤੇ ਪਤਾ ਲੱਗਿਆ ਕਿ ਜੂਨ ਤੋਂ ਬਾਅਦ ਅਗਰ ਪ੍ਰਾਈਸਸ ਕਰੈਕਟ ਹੁੰਦੀਆਂ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਵੀ ਸੈਟਬੈਕ ਲੱਗਣ ਦੇ ਚਾਂਸਸ ਹੈਗੇ ਆ। ਬਿਲਕੁਲ। ਵੇਖੋ ਢਿੱਲੋਂ ਸਾਹਿਬ, ਜਿਹੜਾ ਇਹ ਪਹਿਲਾ ਸਟੈਪ ਆਇਆ, ਵੇਖੋ ਇਹਨੂੰ ਸ਼ਾਰਟ ਟਰਮ ਮੈਜਰਸ ਕਿਹਾ ਜਾ ਰਿਹਾ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਸਟ੍ਰੈਸ ਟੈਸਟ ਦੀ ਜਿਹੜੀ ਲਿਮਿਟ ਵਧਾ ਰਹੇ ਨੇ 4.79 to 5.25 ਕਰ ਰਹੇ ਨੇ, ਇਹ ਇੱਕ ਸ਼ਾਰਟ ਟਰਮ ਹੈ ਜੀ। ਲੇਕਿਨ ਤੁਸੀਂ ਦੇਖ ਲਓ ਨਾ, ਜਿਹੜਾ 19 ਤਰੀਕ ਦਾ ਬਜਟ ਆ ਰਿਹਾ ਵਾ, ਜਿਹੜੇ ਪਾਲਿਸੀ ਮੇਕਰ ਨੇ ਜਾਂ ਫੈਡਰਲ ਗੌਰਨਮੈਂਟ ਹੈ, ਚਾਹੇ ਬੈਂਕ ਆਫ ਕੈਨੇਡਾ ਵਾ ਜਾਂ ਉਹ FSI ਦਾ ਆਪਾਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ, ਉਹਨਾਂ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਕਿ ਦੇ ਹੈਵ ਟੂ ਬਰਿੰਗ ਸਮਥਿੰਗ ਟੂ ਚੈੱਕ ਥੀਸ ਪ੍ਰਾਈਸਿਸ। ਠੀਕ ਹੈ। ਸੋ ਹੋ ਸਕਦਾ ਵਾ ਵੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਮੋਰ ਮੈਜਰਸ ਵਿਲ ਕਮ। ਅਗਰ ਇਹੋ ਜਿਹੇ ਆਉਂਦੇ ਨੇ ਤਾਂ ਹੋ ਸਕਦਾ ਮਾਰਕੀਟ ਜਿਹੜੀ ਆ ਉਹ ਖਲੋ ਜਾਵੇ। ਠੀਕ ਹੈ। ਉਹ 1 ਜੂਨ ਤੋਂ ਬਾਅਦ ਨੈਚੁਰਲੀ ਤੁਸੀਂ ਦੇਖੋਗੇ ਕਿ ਮੰਨ ਲਓ ਹੁਣ ਜਿਵੇਂ 4.79 ਤੋਂ ਜਦੋਂ 5.25 ਜਾਂਦੇ ਆ, ਤਾਂ ਤੁਸੀਂ ਬਿਲੀਵ ਕਰੋਗੇ ਕਿ ਤੁਸੀਂ 1 ਲੱਖ ਦੇ ਪਿੱਛੇ 5000 ਤੁਹਾਡੀ ਜਿਹੜੀ ਪਰਚੇਜ ਪਾਵਰ ਉਹ ਘਟ ਜਾਏਗੀ। ਠੀਕ ਹੈ ਜੀ। ਯਾਨੀ ਜਿਹੜਾ ਬੰਦਾ ਅੱਜ 5 ਲੱਖ ਲਈ ਕੁਆਲੀਫਾਈ ਕਰ ਰਿਹਾ ਵਾ, ਅਗਰ ਉਹ 20% ਡਾਊਨ ਦੇਣਾ ਚਾਹੁੰਦਾ ਵਾ, ਤਾਂ ਉਹਦੀ ਜਿਹੜੀ ਆ 1 ਜੂਨ ਤੋਂ ਜਿਹੜੀ ਕੁਆਲੀਫਾਈ ਉਹ 475 ਰਹਿ ਜਾਏਗੀ 25,000। ਠੀਕ ਹੈ। ਸੋ ਜਿਹੜਾ ਸੈਲਰ ਅਗਰ ਸੋਚਦਾ ਵੀ ਮੈਂ ਅੱਜ ਵੇਚ ਕੇ, ਸਪੈਸ਼ਲੀ ਜੇ ਉਹ 20% ਡਾਊਨ ਦੀ ਬਣਾ ਰਿਹਾ ਪਲੈਨਿੰਗ, ਤਾਂ ਉਹਦੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਔਖਾ ਹੋ ਜਾਏਗਾ ਦੁਬਾਰਾ ਮਾਰਕੀਟ 'ਚ ਐਂਟਰ ਕਰਨਾ। ਸੋ ਇਹ ਸਾਰਾ ਕੁਝ ਸੋਚ ਸਮਝ ਕੇ ਤੁਹਾਨੂੰ ਰੀਅਲ estate ਦੇ ਵਿੱਚ ਡਿਸੀਜਨ ਲੈਣਾ ਪਏਗਾ, ਆਈਦਰ ਉਹ ਬਾਇਰ ਹੈ ਚਾਹੇ ਉਹ ਸੈਲਰ ਹੈ। ਪਰ ਜੇ ਇਹ ਜਿਹੜੇ ਰੀਅਲ estate ਹੈਗੀ ਹੈ ਅੱਜ 'ਚ ਕੱਲੀ ਆਪਾਂ ਐਲਬਰਟਾ ਦੀ ਗੱਲ ਕਰੀਏ ਤੇ ਇਕਨੋਮੀ ਨੂੰ ਇੱਕ ਤਰੀਕੇ ਦਾ ਬੂਸਟ ਤਾਂ ਮਿਲ ਹੀ ਰਿਹਾ ਆ, ਆਪਾਂ ਕਹੀਏ ਵੀ, ਕਿਉਂਕਿ ਜਦੋਂ ਵੀ ਰੀਅਲ estate ਦੀ ਮਾਰਕੀਟ ਜਿਹੜੀ ਆ ਉਹਦੇ 'ਚ ਹਿਲਜੁਲ ਹੁੰਦੀ ਆ, ਕੋਈ ਨਵਾਂ ਘਰ ਲਊਗਾ, ਉਹ ਫਰਨੀਚਰ ਵੀ ਨਵਾਂ ਲਊਗਾ, ਉਹ TV ਵੀ ਨਵਾਂ ਲਊਗਾ, ਉਹ ਬਾਕੀ ਚੀਜ਼ਾਂ ਵੀ ਜਿਹੜੀਆਂ ਨੇ ਪੈਰਾਫਰਨੇਲੀਆ ਆਪਣੇ ਘਰ ਨੂੰ ਆਪਰੇਸ਼ਨਲ ਕਰਨ ਵਾਸਤੇ ਲਏਗਾ। ਸੋ ਜਦੋਂ ਉਹ ਚੀਜ਼ਾਂ ਸਾਰੀਆਂ ਟ੍ਰਿਗਰ ਹੁੰਦੀਆਂ ਨੇ, ਤੇ ਜੇ ਅਗਰ ਕੋਈ ਫੈਡਰਲ ਗਵਰਨਮੈਂਟ ਨੇ, ਜਿਸ ਤਰ੍ਹਾਂ ਤੁਸੀਂ ਬਜਟ ਦਾ ਵੀ ਜ਼ਿਕਰ ਕੀਤਾ, ਤੇ OSFI ਦੀ ਜਿਹੜੀ ਡਾਇਰੈਕਸ਼ਨਸ ਉਹਨਾਂ ਦੀ ਜਾਂ ਸਲਾਹ ਜਿਹੜੀ ਅਗਰ ਮੰਨ ਕੇ ਅਗਰ ਕੋਈ ਫੈਸਲਾ ਲੈਂਦੇ ਆ, ਤੇ ਉਹਦੇ ਨਾਲ ਜੇ ਕੋਈ ਐਡਵਰਸ ਅਗਰ ਡਿਸੀਜਨ ਹੋ ਜਾਂਦਾ ਕਿ ਕੀ ਇਸ ਚੱਲਦੀ ਹੋਈ ਇੰਡਸਟਰੀ ਨੂੰ ਫਿਰ ਇੱਕ ਝਟਕਾ ਨਹੀਂ ਲੱਗੇਗਾ ਔਰ ਇਕਨੋਮੀ ਫਿਰ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਨਾਲ ਜਾਂ ਸਟੇਬਲ ਹੋ ਜਾਏਗੀ ਜਾਂ ਡਾਊਨਵਰਡ ਟ੍ਰੈਂਡ ਦੇਖਣ ਨੂੰ ਮਿਲੇਗਾ? ਢਿੱਲੋਂ ਸਾਹਿਬ, ਜਿਹੜੇ ਐਨਾਲਿਸਟ ਨੇ, ਜਿਹੜੇ ਮੰਨ ਲਓ ਜਿਵੇਂ OSFI ਨੇ ਰਿਕਮੈਂਡ ਕੀਤਾ ਵਾ ਔਰ 1 ਜੂਨ ਤੋਂ ਲਾਗੂ ਹੋ ਜਾਣਗੇ ਜਿਹੜੇ ਬੈਂਚਮਾਰਕ ਟੈਸਟ ਦੀ ਗੱਲ ਆਪਾਂ ਗੱਲ ਕਰ ਰਹੇ ਆ, ਲੇਕਿਨ ਉਹਦੇ ਵਿੱਚ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੌਰਮੈਂਟ ਨੂੰ ਇਹ ਬੜਾ ਕੇਅਰਫੁਲੀ ਵਾਚ ਕਰਨਾ ਪਏਗਾ ਕਿ ਇਹ ਜਿਹੜੀ ਗੇਮ ਚੱਲ ਰਹੀ ਆ ਓਵਰ ਹੀਟਡ ਪ੍ਰਾਈਸਿਸ, ਉਹ ਐਲਬਰਟਾ ਵਿੱਚ ਨਹੀਂ ਹੈਗੀ।
ਠੀਕ ਹੈ, ਨਹੀਂ ਹੈ that is specific to Ontario and BC NBC ਔਰ ਮੇਰਾ ਖਿਆਲ ਹੈ ਕਿ ਉਹਨਾਂ ਦਾ ਹੀ ਜਿਹੜਾ ਰਬ ਆਫ ਫੈਕਟਰ ਹੈ ਉਹਦਾ ਇੰਪੈਕਟ ਵੀ ਅਲਬਰਟਾ ਤੇ ਆ ਰਿਹਾ। ਲੇਕਿਨ ਮਤਲਬ ਮੰਨ ਲਓ ਜੇ ਕੋਈ ਇਹੋ ਜਿਹਾ ਫੈਡਰਲ ਗਵਰਨਮੈਂਟ ਡਿਸੀਜਨ ਲੈ ਲੈਂਦੀ ਹੈ ਵੀ ਜਿਹੜਾ ਸਾਰੇ ਕੈਨੇਡਾ ਤੇ ਹੀ ਲਾਗੂ ਕੀਤਾ ਜਾਂਦਾ ਤਾਂ ਉਹ ਅਲਬਰਟਾ ਲਈ ਬੜਾ ਵੱਡੀ ਸੈਟਬੈਕ ਹੋਏਗੀ। ਠੀਕ ਹੈ ਜੀ, ਕਿਉਂਕਿ ਅਲਬਰਟਾ ਵੀ ਹੋਏਗੀ ਜੀ। ਆਪਾਂ ਸਾਰੀਆਂ ਪ੍ਰੋਵਿੰਸਸ ਦੀ ਗੱਲ ਕਰ ਸਕਦੇ। ਬਿਲਕੁਲ ਬਿਲਕੁਲ। ਇੱਕ ਹੈ ਕਿ ਯੈਸ ਵੈਨਕੂਵਰ ਜਿਹੜੀ ਬੈਲਟ ਹੈਗੀ ਆ ਉਹਦੇ 'ਚ ਇਹ ਹੈਗਾ ਕਿ ਉੱਥੇ 'ਚ ਜੋ ਸੁਣਨ ਚ ਆਉਂਦਾ ਆ ਕਿ ਜਿਹੜਾ ਫੋਰਨ ਫੰਡ ਆ ਖਾਸ ਕਰਕੇ ਚਾਈਨੀਜ਼ ਓਰੀਜਨ ਦਾ ਆਣ ਕਰਕੇ ਵੀ ਪ੍ਰਾਪਰਟੀ ਦੀਆਂ ਪ੍ਰਾਈਸਸ ਪਹਿਲਾਂ ਵੀ ਪਿਛਲੇ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕਾਫੀ ਪਰਸੈਂਟ ਜਿਹੜੀ ਗਰੋਥ ਉਹਨਾਂ ਦੀ ਆਣ ਦਾ ਕਾਰਨ ਉੱਥੋਂ ਆਇਆ ਹੋਇਆ ਪੈਸਾ ਹੈਗਾ। ਤੇ ਉਹ ਚੀਜ਼ਾਂ ਨੂੰ ਅਗਰ ਆਪਾਂ ਮੱਦੇਨਜ਼ਰ ਰੱਖਦੇ ਹਾਂ ਤੇ ਫੈਡਰਲ ਗਵਰਨਮੈਂਟ ਕੋ ਵੀ ਬਹੁਤ ਲੰਬਾ ਚੌੜਾ ਸਕੋਪ ਤੇ ਨਹੀਂ ਹੈਗਾ ਵੀ ਕੋਈ ਬਹੁਤ ਜ਼ਿਆਦਾ ਹਾਰਸ਼ ਸਟੈਪ ਤਾਂ ਨਹੀਂ ਲੈ ਸਕਦੇ। ਦੇਖੋ ਢਿੱਲੋਂ ਸਾਹਿਬ ਉਹਨਾਂ ਨੂੰ ਹਾਰਸ਼ ਸਟੈਪ ਲੈਣਾ ਤਾਂ ਪਏਗਾ ਲੇਕਿਨ ਉਹਨਾਂ ਨੂੰ ਸਪੈਸੀਫਿਕ ਉਹਨਾਂ ਏਰੀਆਜ਼ ਵਾਸਤੇ ਲੈਣਾ ਪਏਗਾ ਜਿੱਥੇ ਇਹ ਓਵਰਹੀਟ ਜਿੱਥੇ ਆਪਾਂ ਬੱਬਲ ਦੀ ਗੱਲ ਕਰ ਰਹੇ ਹਾਂ। ਅੱਛਾ ਜੀ। ਕਿਉਂਕਿ ਓਨਟਾਰੀਓ ਇਜ਼ ਅ ਬਿਗ ਵੇਖੋ ਸਭ ਤੋਂ ਪੋਪੂਲੇਟਡ ਪ੍ਰੋਵਿੰਸ ਜਿਹੜੀ ਕੈਨੇਡਾ ਦੀ ਉਹ ਓਨਟਾਰੀਓ ਹੈ। ਬਿਲਕੁਲ। ਔਰ ਉਸ ਤੋਂ ਬਾਅਦ BC ਦਾ ਜਦੋਂ ਨੰਬਰ ਆਉਂਦਾ ਕਿਉਂਕਿ ਇਹਨਾਂ ਜਗ੍ਹਾ ਉੱਤੇ ਪ੍ਰਾਈਸ ਰੁਕ ਨਹੀਂ ਰਹੇ ਵੇ। ਮਤਲਬ ਮੈਂ ਜਦੋਂ ਕਿਸੇ ਨਾਲ ਗੱਲ ਕਰਦਾ ਵਾਂ ਅੱਜ ਵੀ BC 'ਚ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਉਹ ਇਹ ਕਹਿ ਰਿਹਾ ਸੀ ਕਿ ਜਿਹੜਾ ਵੀ ਘਰ ਤੁਹਾਡਾ ਮੰਨ ਲਓ ਲਿਸਟਿੰਗ ਹੋ ਰਿਹਾ ਵਾ ਅਗਰ ਤੁਸੀਂ ਇੰਟਰਸਟਿਡ ਹੈਗੇ ਉਹਦੇ ਤੇ ਤਾਂ ਤੁਹਾਨੂੰ ਅਨਕੰਡੀਸ਼ਨਲ ਆਫਰ ਭੇਜਣੀ ਪਏਗੀ। ਉਹ ਅੱਛਾ ਹਾਂਜੀ ਕੰਡੀਸ਼ਨਲ ਆਫਰ ਨੂੰ ਤਾਂ ਸੈਲਰ ਇੱਕ ਸਾਈਡ ਤੇ ਰੱਖ ਦਿੰਦਾ। ਇਹਦਾ ਮਤਲਬ ਹੈ ਕਿ ਜਿਹੜਾ ਸੀਰੀਅਸ ਬਾਇਰ ਆ ਜਿਹਨੂੰ ਆਪਣੇ ਜਿਹੜੇ ਐਲੀਜੀਬਿਲਿਟੀ ਕ੍ਰਾਈਟੇਰੀਆ ਨੇ ਜਾਂ ਆਪਣੀ ਫਾਈਨੈਂਸ਼ੀਅਲ ਸਟਰੈਂਥ ਨੂੰ ਦੇਖਦਿਆਂ ਹੋਇਆਂ ਉਹਨੂੰ ਇਹ ਕੰਮ ਕਰਨਾ ਪਊਗਾ ਕਿ ਅਦਰਵਾਈਜ਼ ਦੇਖੋ ਅਗਰ ਕਿਸੇ ਬੰਦੇ ਨੇ ਇੱਕ ਐਕਟਿਵ ਆਫਰ ਪਾ ਕੇ ਅਗਰ ਉਸ ਤੋਂ ਬਾਅਦ ਮੌਰਗੇਜ ਲਈ ਅਪਲਾਈ ਕਰਕੇ ਅਗਰ ਉਹਨੇ ਕਲੀਅਰੈਂਸ ਲੈਣੀ ਹੈ ਕਿ ਹਾਂਜੀ ਕਿ ਮੈਂ ਪ੍ਰਾਪਰਟੀ ਬਾਈ ਕਰ ਰਿਹਾ ਆ ਇੰਨੇ ਦੀ ਇਹਦੀ ਵੈਲਿਊ ਹੈਗੀ ਹੈ ਤੇ ਮੈਨੂੰ ਤੁਸੀਂ ਮੌਰਗੇਜ ਮੇਰੀ ਅਪਰੂਵ ਕਰੋ ਤੇ ਉਹ ਸਿਚੁਏਸ਼ਨ ਅਗਰ ਉਹਨੂੰ ਵੇਵ ਆਫ ਕਰਕੇ ਅਗਰ ਜਾਣਾ ਪੈਂਦਾ ਤੇ ਬਹੁਤ ਵੱਡਾ ਰਿਸਕ ਉਸ ਹਿਸਾਬ ਨਾਲ ਹੈਗਾ ਜੀ। ਚਲੋ ਤਾਂ ਮੈਂ ਤੁਹਾਨੂੰ ਇੱਕ ਹੋਰ ਇਹ 'ਚ ਐਡ ਕਰ ਦਿਆਂ। ਦੇਖੋ ਆਪਾਂ ਇਹ ਕਹਿੰਦੇ ਹਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਸੈਲਰ ਬਾਇਰ ਨੂੰ ਉਹਦੇ ਵਿੱਚ ਉਹਨੂੰ ਆਪਾਂ ਇੱਕ ਇੰਗਲਿਸ਼ ਦਾ ਵਰਡ ਹੈਗਾ ਡਿਊ ਡਿਲੀਜੈਂਸ। ਠੀਕ ਹੈ ਜੀ। ਸੋ ਬਾਇਰ ਔਰ ਸੈਲਰ ਨੂੰ ਡਿਊ ਡਿਲੀਜੈਂਸ ਖਾਸ ਕਰਕੇ ਬਾਇਰ ਨੂੰ ਕੋਈ ਵੀ ਪ੍ਰਾਪਰਟੀ ਲੈਣ ਤੋਂ ਬਾਅਦ ਹੀ ਹੈਜ਼ ਟੂ ਡੂ ਹਿਜ਼ ਡਿਊ ਡਿਲੀਜੈਂਸ। ਮੈਂ ਤੁਹਾਨੂੰ ਇੱਕ ਕਪਲ ਦੀ ਸਟੋਰੀ ਮੈਂ ਪੜ੍ਹ ਰਿਹਾ ਸੀਗਾ ਕਿਸੇ ਨਿਊਜ਼ਪੇਪਰ ਦੇ ਵਿੱਚ BC ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ ਕਿ ਦੇ ਹੈਵ ਸੀਨ 9 ਪ੍ਰੋਪਰਟੀਜ਼। ਉਹਨਾਂ 9 ਪ੍ਰੋਪਰਟੀਜ਼ ਉੱਤੇ ਉਹਨਾਂ ਨੇ ਜਿਹੜੀਆਂ ਆਫਰ ਭੇਜੀ ਦੈਟ ਵਾਜ਼ ਮੋਰ ਦੈਨ ਦਾ ਆਸਕਿੰਗ ਪ੍ਰਾਈਸ। ਅੱਛਾ ਜੀ। ਔਰ 9ਵਾਂ ਦੇ ਵਿੱਚ ਉਹ ਰਿਜੈਕਟ ਹੋ ਗਏ ਔਰ 10ਵੀਂ ਆਫਰ ਦੇ ਵਿੱਚ ਜਾ ਕੇ ਉਹਨਾਂ ਨੂੰ ਓਵਰ ਆਸਕਿੰਗ ਪ੍ਰਾਈਸ ਤੋਂ ਘਰ ਮਿਲਿਆ। ਹੁਣ ਤੁਸੀਂ ਦੱਸੋ ਅਗਰ ਇਹੋ ਜਿਹੀ ਸਿਚੁਏਸ਼ਨ ਆ ਗਈ ਹੈ ਤੁਸੀਂ ਦੇਖੋ ਉਹਨਾਂ ਨੇ ਕੀ ਡਿਊ ਡਿਲੀਜੈਂਸ ਕੀਤੀ ਹੋਏਗੀ। ਜਿਹੜੇ ਇੰਨੇ ਫਰਸਟ੍ਰੇਟ ਹੋ ਗਏ ਉਹਨਾਂ ਨੇ 9 ਤੋਂ ਜ਼ਿਆਦਾ ਪ੍ਰਾਪਰਟੀਆਂ ਤੇ ਓਵਰ ਆਸਕਿੰਗ ਪ੍ਰਾਈਸ ਭੇਜਿਆ ਲੇਕਿਨ ਉਹਨਾਂ ਨੂੰ ਨਹੀਂ ਮਿਲਿਆ ਔਰ 10ਵੀਂ ਤੇ ਜਾ ਕੇ ਇਹਦਾ ਮਤਲਬ ਵੀ ਉਹਨਾਂ ਨੇ ਕੋਈ ਵੀ ਆਪਣਾ ਡਿਊ ਡਿਲੀਜੈਂਸ ਨਹੀਂ ਕੀਤੀ ਹੋਏਗੀ। ਸੋ ਜਿਹੜਾ ਨਿਊ ਇਮੀਗ੍ਰੈਂਟ ਆਇਆ ਆ ਕਹਿ ਲਓ ਵੀ ਪਿਛਲੇ ਸਾਲ 2 ਸਾਲ ਜਾਂ 3 ਸਾਲ ਦੇ ਅਰਸੇ ਦੇ ਵਿੱਚ ਮੈਂ ਤਾਂ ਈਵਨ ਇੱਥੇ ਤੱਕ ਕਹੂੰਗਾ ਕਿ ਈਵਨ 5 ਸਾਲ ਵੀ ਅਗਰ ਲੈ ਕੇ ਚੱਲੀਏ ਤੇ ਕਿਸੇ ਨੂੰ ਵੀ ਕਪਲ ਨੂੰ ਇੱਕ ਸਮਾਲ ਨਿਊਕਲੀਅਸ ਫੈਮਿਲੀ ਨੂੰ ਆ ਕੇ ਸੈੱਟ ਹੋ ਕੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਨੂੰ 3 ਤੋਂ 5 ਸਾਲ ਲੱਗ ਜਾਂਦੇ ਜੀ। ਤੇ ਉਸ ਇੰਡੀਵਿਜੂਅਲ ਨੇ ਅਗਰ ਅੱਜ ਇਹ ਫੈਸਲਾ ਕਰਨਾ ਆ ਕਿ ਮੈਂ ਘਰ ਜਿਹੜਾ ਆ ਉਹ ਬਾਈ ਕਰਾਂ ਤੇ ਉਹਦੇ ਵਾਸਤੇ ਤਾਂ ਹਰ ਜਗ੍ਹਾ ਹੀ ਇੱਕ ਤਰੀਕਾ ਨਾਲ ਮੈਂ ਕਹਾਂਗਾ ਕਿ ਲਾਲ ਬੱਤੀਆਂ ਨੇ ਜਾਂ ਖਤਰੇ ਦੇ ਜਿਹੜੇ ਸਿਗਨਲ ਹਰ ਜਗ੍ਹਾ ਨੇ। ਸੋ ਬਹੁਤ ਜ਼ਿਆਦਾ ਕੇਅਰਫੁਲੀ ਚੱਲਣ ਦੀ ਲੋੜ ਹੈ। ਬਿਲਕੁਲ ਢਿੱਲੋਂ ਸਾਹਿਬ ਜਿਹੜੇ ਵੇਖੋ ਨਿਊ ਇਮੀਗ੍ਰੈਂਟ ਦੇ ਡਾਟਾ ਦੱਸਦੇ ਨੇ ਕਿਉਂਕਿ ਮੋਸਟਲੀ ਲੋਕੀ ਜਿਹੜੇ ਨੰਬਰ 1 ਤੇ ਟੋਰਾਂਟੋ ਏਰੀਆ ਵਾ ਸੈਕੰਡ ਤੇ ਵੈਨਕੂਵਰ ਆਉਂਦਾ ਵਾ ਉਸ ਤੋਂ ਬਾਅਦ ਜਾ ਕੇ ਥਰਡ ਤੇ ਉੱਤੇ ਆਈ ਥਿੰਕ ਅਲਬਰਟਾ ਆਉਂਦਾ ਵਾ 12% ਨਿਊ ਇਮੀਗ੍ਰੈਂਟ ਇੱਥੇ ਕਰਦੇ ਆ। ਲੇਕਿਨ ਆਉਣ ਵਾਲੇ ਟਾਈਮ 'ਚ ਹੋ ਸਕਦਾ ਗੌਰਮੈਂਟ ਨੂੰ ਵੀ ਇਹ ਸਟ੍ਰੈਟਜੀ ਚੇਂਜ ਕਰਨੀ ਪਏ ਕਿ ਕੋਈ ਇਹੋ ਜਿਹੇ ਜਿਵੇਂ ਪ੍ਰੋਵਿੰਸ਼ੀਅਲ ਗੌਰਮੈਂਟਸ ਕੋਈ ਇਹੋ ਜਿਹੀਆਂ ਤੁਹਾਨੂੰ ਸਹੂਲਤਾਂ ਸਟ੍ਰੈਟਜੀ ਕਰ ਸਕਦੇ ਕਿ ਆਪਾਂ ਵੀ ਅਟਰੈਕਟ ਮੋਰ ਇਮੀਗ੍ਰੈਂਟ ਟੂਵਰਡਸ ਅਲਬਰਟਾ। ਐਸੇ ਪ੍ਰੋਗਰਾਮ ਬਣਾਉਣ ਕੇ ਵੀ ਇੱਥੇ ਜ਼ਿਆਦਾ ਜਿਹੜੇ ਇਮੀਗ੍ਰੈਂਟ ਜਿਹੜੇ ਦੇਖੋ ਢਿੱਲੋਂ ਸਾਹਿਬ ਅੱਜ ਵੀ ਤੁਸੀਂ ਦੇਖੋ ਤੁਸੀਂ ਬਿਲੀਵ ਕਰੋਗੇ ਅੱਜ ਵੀ ਤੁਹਾਨੂੰ ਕੁਛ ਏਰੀਆਜ਼ ਇਹੋ ਜਿਹੇ ਕੈਲਗਰੀ ਦੇ ਹੈਗੇ ਜਿੱਥੇ ਅੱਜ ਵੀ 1,80,000 ਦੀ ਕੋਂਡੋ ਮਿਲ ਰਹੀ ਹੈ। ਠੀਕ ਹੈ ਜੀ। 1 ਬੈਡਰੂਮ 2 ਬੈਡਰੂਮ ਤਾਂ ਤੁਸੀਂ ਬਿਲੀਵ ਕਰ ਸਕਦੇ ਹੋ ਕਿ ਇਸ ਪ੍ਰਾਈਸ ਤੇ ਤੁਸੀਂ ਕਈ ਟੋਰਾਂਟੋ ਜਾਂ ਵੈਨਕੂਵਰ 'ਚ ਕੋਈ ਵੈਨਕੂਵਰ ਦੇ ਜਿਹੜੀਆਂ ਲੇਟੈਸਟ ਫਿਗਰਸ ਆਈਆਂ ਨੇ ਤੁਸੀਂ ਬਿਲੀਵ ਨਹੀਂ ਕਰੋਗੇ 7,15,000 ਦਾ ਬੈਂਚਮਾਰਕ ਕੋਂਡੋ ਦਾ ਹੋ ਗਿਆ। ਠੀਕ ਹੈ ਜੀ। ਨਹੀਂ ਪਰ ਇਹ ਗੱਲ ਸ਼ੋਰ ਹੈਗੀ ਹੈ ਕਿ ਇਹ ਸਿਰਫ ਨਿਊ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਉਹਦੀ ਵਜ੍ਹਾ ਨਾਲ ਇਹ ਜੰਪ ਆਈ ਹੈ ਜੀ? ਨਾ ਜੀ ਬਿਲਕੁਲ ਇਹਦਾ ਨਿਊ ਇਮੀਗ੍ਰੈਂਟਸ ਦਾ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਇਹ ਪੈਂਡੈਮਿਕ ਦੇ ਵਿੱਚ ਜਿਹੜੀ ਲਿਕੁਇਡਿਟੀ ਵਧੀ ਆ ਮਾਰਕੀਟ ਵਿੱਚ ਔਰ ਜਿਹੜਾ ਕ੍ਰੈਡਿਟ ਜਿਹੜਾ ਸਸਤਾ ਹੋ ਗਿਆ। ਠੀਕ ਹੈ ਜੀ। ਠੀਕ ਹੈ ਉਹਦੇ ਕਰਕੇ ਮੌਰਗੇਜ ਰੇਟ ਰਿਕਾਰਡ ਲੋ ਤੇ ਚਲੇ ਗਏ ਔਰ ਨੈਚੁਰਲੀ ਉਹਨਾਂ ਕੋਲ ਪੈਸੇ ਜਿਹੜੇ ਸੇਵਿੰਗ ਆ ਗਏ ਬਾਕੀ ਸਾਰੀ ਚੀਜ਼ਾਂ ਰੁਕ ਗਈਆਂ ਸੀਗੀਆਂ। ਸੋ ਦੈਟ ਮਨੀ ਹੈਜ਼ ਟਰਨ ਟੂਵਰਡਸ ਦਾ ਰੀਅਲ ਸਟੇਟ।
ਸੋ ਇਹ ਉਹਦੇ ਕਰਕੇ ਹੋਇਆ ਜੋ ਪੈਂਡੈਮਿਕ ਦੇ ਵਿੱਚ ਸਿਚੁਏਸ਼ਨ ਚੇਂਜ ਹੋਈ ਆ, ਉਹਦੇ ਕਰਕੇ ਸਾਰਾ ਦਾ ਸਾਰਾ ਤੇਰਾ ਧਿਆਨ ਵਾ ਲੋਕਾਂ ਦਾ ਰੀਅਲ ਸਟੇਟ ਵੱਲ ਹੋ ਗਿਆ। ਸੋ ਇਸ ਵੇਲੇ ਜੋ ਤੁਹਾਡੀ ਅੱਜ ਦੀ ਡਿਸਕਸ਼ਨ ਦੇ ਵਿੱਚ ਚੀਮਾ ਸਾਹਿਬ ਗੱਲ ਮੇਜਰ ਨਿਕਲ ਕੇ ਆ ਰਹੀ ਹੈ ਕਿ ਮੇਜਰ ਪਾਲਿਸੀ ਚੇਂਜਸ ਜਿਹੜੀਆਂ ਨੇ ਐਕਸਪੈਕਟਡ ਹੈਗੀਆਂ ਨੇ ਜੂਨ ਦੇ ਵਿੱਚ। ਸੋ ਅਗਰ ਕੋਈ ਬਾਇਰ ਆ ਜਾਂ ਸੈਲਰ ਹੈ ਤੇ ਉਹਨੂੰ ਬੜਾ ਕੇਅਰਫੁਲੀ ਚੱਲਣ ਦੀ ਲੋੜ ਆ, ਤੇ ਤੁਸੀਂ ਕੀ ਸੁਜੈਸਟ ਕਰੋਗੇ ਕਿ ਜਿਹੜਾ ਬਾਇਰ ਹੈਗਾ ਉਹਨੂੰ ਕੀ ਜੂਨ ਦੀ ਵੇਟ ਕਰ ਲੈਣੀ ਚਾਹੀਦੀ ਹੈ? ਦੇਖੋ ਢਿੱਲੋਂ ਸਾਹਿਬ, ਜਿਹੜੇ ਤਾਂ 1 ਜੂਨ ਤੋਂ ਚੇਂਜ ਹੋ ਰਹੇ ਨੇ ਉਹ ਹੋ ਰਹੇ ਨੇ ਜਿਹੜੇ ਅਨਇਨਸ਼ੋਰਡ ਲੋਨਸ ਨੇ। ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਵਿੱਚ ਆਪਣੇ ਵਿਊਅਰਸ ਨੂੰ ਦੱਸਦਾ ਕਿ ਇੰਸ਼ੋਰਡ ਲੋਨ ਜਿਹੜੇ ਹੈਗੇ ਆ, ਜਿਹੜੇ 20% ਤੋਂ ਘੱਟ ਡਾਊਨ ਦਿੰਦੇ ਨੇ, ਦੇ ਆਰ ਇੰਸ਼ੋਰਡ ਬਾਏ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਦਾ 2 ਪ੍ਰਾਈਵੇਟ ਸੈਕਟਰ ਦੀਆਂ ਹੋਣ ਨੇ, ਕੈਨੇਡਾ ਗਰੰਟੀ ਤੇ ਜਨਮਤ ਕੈਨੇਡਾ। ਲੇਕਿਨ ਇਹ ਜਿਹੜੀ ਚੇਂਜ ਆ ਰਹੀ ਹੈ ਇਹ ਸਿਰਫ ਉਹਨਾਂ ਵਿੱਚ ਆ ਰਹੀ ਹੈ ਅਨਇਨਸ਼ੋਰਡ, ਜਿਹੜੇ 20% ਤੋਂ ਡਾਊਨ ਜ਼ਿਆਦਾ ਦਿੰਦੇ ਨੇ, ਜਿਹੜੇ ਇਨਵੈਸਟਰ ਨੇ। ਅੱਛਾ ਜੀ। ਉਹਨਾਂ ਵਿੱਚ ਮੇਨ ਜਿਹੜਾ ਉਹ ਹਿੱਟ ਕਰਨ ਜਾ ਰਹੇ ਨੇ ਫਲਿੱਪਰਸ ਨੂੰ, ਠੀਕ ਹੈ, ਤੇ ਜਿਹੜੇ ਸਪੈਕੂਲੇਟਰਸ ਨੇ। ਓਕੇ। ਸੋ ਇਸ ਕਰਕੇ ਅਜੇ ਤੱਕ ਇਹੋ ਜਿਹਾ ਕੋਈ ਡਿਸੀਜਨ ਨਹੀਂ ਹੋਇਆ ਕਿ 4.79 ਜਿਹੜਾ ਇੰਸ਼ੋਰ ਲੋਨ ਵਾਸਤੇ ਅੱਜ ਵੀ 4.79 ਆ, ਉਹਦੀ ਅਜੇ ਤੱਕ ਕੋਈ ਵੀ ਡਾਇਰੈਕਸ਼ਨ ਨਹੀਂ ਆਈ। ਲੇਕਿਨ ਫੈਡਰਲ ਜਿਹੜੀ ਗਵਰਨਮੈਂਟ ਦਾ ਫਾਈਨੈਂਸ ਡਿਪਾਰਟਮੈਂਟ ਹੈ, ਫਾਈਨੈਂਸ ਮਿਨਿਸਟਰੀ ਹੈ, ਦੇ ਵਿਲ ਕਲੋਜ਼ਲੀ ਵਾਚ ਦੋਜ਼ ਸਿਚੁਏਸ਼ਨ। ਅਗਰ ਉਹਨਾਂ ਨੂੰ ਲੱਗਾ ਕਿ ਆਪਾਂ ਨੂੰ ਉਹਦੇ ਵਿੱਚ ਵੀ ਜਾ ਕੇ ਕੁਛ ਨਾ ਕੁਛ ਚੇਂਜ ਕਰਨੀ ਹੈ ਤਾਂ ਹੋ ਸਕਦਾ। ਲੇਕਿਨ ਅੱਜ ਦੀ ਡੇਟ ਵਿੱਚ ਇਹ ਜਿਹੜਾ ਮੇਨ ਹਿੱਟ ਕੀਤਾ ਜਾ ਰਿਹਾ ਸਪੈਕੂਲੇਟਰ ਨੂੰ ਔਰ ਜਿਹੜੇ ਫਲਿੱਪਰਸ ਨੇ। ਠੀਕ ਹੈ ਜੀ। ਚੀਮਾ ਸਾਹਿਬ, ਅੱਜ ਫਿਰ ਤੁਸੀਂ ਬਹੁਤ ਹੀ ਇੰਪੋਰਟੈਂਟ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਰੀਅਲ ਅਸਟੇਟ ਦੀ ਮਾਰਕੀਟ ਨੂੰ ਲੈ ਕੇ, ਉਹਦੇ ਤੇ ਬਹੁਤ ਕੰਮ ਦੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਮੈਂ ਉਮੀਦ ਕਰਦਾ ਹਾਂ ਕਿ ਜੀ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਸਾਡੇ ਰੀਅਲ ਐਸਟੇਟ ਦੇ ਵਿੱਚ ਐਕਸਪਰਟੀਜ਼ ਰੱਖਦੇ ਨੇ ਜਤਿੰਦਰ ਚੀਮਾ ਜੀ, ਇਹਨਾਂ ਦੀ ਗੱਲਬਾਤ ਤੋਂ ਤੁਹਾਨੂੰ ਕਾਫੀ ਇਨਸਾਈਡ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲੀ ਹੋਏਗੀ। ਤੇ ਇਹ ਸਾਡੀ ਗੱਲਬਾਤ ਇਹਨਾਂ ਨਾਲ ਰੂਟੀਨ 'ਚ ਜਾਰੀ ਰਹੇਗੀ ਕਿਉਂਕਿ ਕਾਫੀ ਕੁਝ ਹੋ ਰਿਹਾ ਆ, ਚੇਂਜਸ, ਬਿਗ ਟਾਈਮ ਚੇਂਜਸ ਜਿਹੜੀਆਂ ਨੇ ਉਹ ਦੇਖਣ 'ਚ ਆ ਰਹੀਆਂ ਨੇ। ਸੋ ਚੀਮਾ ਸਾਹਿਬ, ਤੁਹਾਡੇ ਇੱਕ ਵਾਰ ਫੇਰ ਜੀ ਸਾਡੇ ਸਟੂਡੀਓ ਆਉਣ ਤੇ ਜੀ ਤੋਂ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸ਼ੁਕਰੀਆ ਸਾਹਿਬ, ਸਤਿ ਸ਼੍ਰੀ ਅਕਾਲ।